गुरु की प्यारी साध संगत जी, शिवरात ਦੇ ਮੇਲੇ ਤੋਂ ਉੱਠ ਕੇ ਗੁਰੂ ਬਾਬਾ ਜੀ ਮੁਲਤਾਨ ਦੀ ਯਾਤਰਾ ਕਰਨ ਚੱਲ ਪਏ। ਜਦ ਮੁਲਤਾਨ ਪਹੁੰਚੇ ਤਾਂ ਉੱਥੋਂ ਦੇ ਪੀਰਾਂ ਨੇ ਬਾਬਾ ਜੀ ਨੂੰ ਦੁੱਧ ਦਾ ਕਟੋਰਾ ਭਰ ਕੇ ਇਹ ਦੱਸਣ ਵਾਸਤੇ ਭੇਜਿਆ ਕਿ ਮੁਲਤਾਨ ਵਿੱਚ ਅੱਗੇ ਹੀ ਬਹੁਤ ਪੀਰ ਹਨ, ਤੁਹਾਡੀ ਇੱਥੇ ਸਮਾਈ ਨਹੀਂ ਹੈ। ਅੱਗੋਂ ਬਾਬਾ ਜੀ ਨੇ ਉਸ ਲਬਾਲਬ ਦੁੱਧ ਦੇ ਭਰੇ ਹੋਏ ਕਟੋਰੇ ਉੱਤੇ ਬਗਲੀ ਝੋਲੀ ਵਿੱਚੋਂ ਇੱਕ ਚਵੇਲੀ ਦਾ ਫੁੱਲ ਕੱਢ ਕੇ ਰੱਖ ਦਿੱਤਾ ਅਤੇ ਇਹ ਦਰਸਾਇਆ ਕਿ ਅਸੀਂ ਪੀਰਾਂ ਵਿੱਚ ਇਸ ਤਰ੍ਹਾਂ ਸਮਾ ਜਾਵਾਂਗੇ ਜਿਸ ਤਰ੍ਹਾਂ ਸਮੁੰਦਰ ਵਿੱਚ ਗੰਗਾ ਸਮਾ ਜਾਂਦੀ ਹੈ ਅਤੇ ਇਸ ਫੁੱਲ ਵਾਂਗੂ ਅਡੋਲ ਟਿਕਾਂਗੇ। ਅਸੀਂ ਕਿਸੇ ਨੂੰ ਦੁੱਖ ਨਹੀਂ ਦੇਣ ਆਏ। ਪੀਰਾਂ ਨੇ ਗੁਰੂ ਜੀ ਦਾ ਇਹ ਸੁਝਾਅ ਵੇਖਿਆ ਤਾਂ ਉਹ ਬਹੁਤ ਪ੍ਰਸੰਨ ਹੋਏ। ਪੀਰ ਸ਼ਮਸੁਦੀਨ ਨੇ ਪੁੱਛਿਆ ਕਿ ਪੀਰ ਜੀ, ਮਨ ਨੂੰ ਮਾਰਨ ਵਾਸਤੇ ਮੈਂ ਬੜੇ ਕਠਿਨ ਤਪ ਕੀਤੇ ਹਨ, ਜਿਨ੍ਹਾਂ ਨਾਲ ਮੇਰਾ ਸਰੀਰ ਸੁੱਕ ਕੇ ਤੀਲਾ ਹੋ ਗਿਆ ਹੈ, ਪਰ ਮਨ ਫੇਰ ਵੀ ਇੱਕ ਛਿਨ ਭਰ ਨਹੀਂ ਠਹਿਰਦਾ। ਇਸ ਨੂੰ ਮਾਰਨ ਦਾ ਕੀ ਤਰੀਕਾ ਹੈ? ਗੁਰੂ ਜੀ ਨੇ ਕਿਹਾ, ਬਰਮੀ ਨੂੰ ਮਾਰਨ ਨਾਲ ਸੱਪ ਨਹੀਂ ਮਰਦਾ, ਸੱਪ ਮੰਤਰਾਂ ਨਾਲ ਹੀ ਬਸ ਹੁੰਦਾ ਹੈ। ਜਗਤ ਦੇ ਪਦਾਰਥਾਂ ਨੂੰ ਝੂਠਾ ਜਾਣ ਕਰਕੇ ਉਹਨਾਂ ਦਾ ਕੋਈ ਸੰਕਲਪ ਤਥਾ ਇੱਛਾ ਨਹੀਂ ਕਰਨੀ ਚਾਹੀਦੀ। ਮਨ ਦੇ ਸੰਕਲਪ ਵਿਕਲਪਾਂ ਨੂੰ ਰੋਕਣ ਨਾਲ ਹੀ ਮਨ ਬਸ ਹੁੰਦਾ ਹੈ। ਹੋਰ ਕੋਈ ਜਪ ਆਦਿਕ ਸਾਧਨ ਇਸ ਨੂੰ ਬਸ ਕਰਨ ਦਾ ਨਹੀਂ ਹੈ। ਪੀਰ ਬਹਾਦੀਨ ਨੇ ਕਿਹਾ, ਪੀਰ ਜੀ, ਤੁਸੀਂ ਮਾਇਆ ਨੂੰ ਝੂਠ ਦੱਸਦੇ ਹੋ, ਪਰ ਇਸ ਤੋਂ ਬਿਨਾਂ ਸੰਸਾਰ ਦਾ ਕੋਈ ਕੰਮ ਨਹੀਂ ਹੁੰਦਾ। ਗੁਰੂ ਜੀ ਨੇ ਕਿਹਾ, ਜਿਵੇਂ ਮਾਇਆ ਝੂਠੀ ਹੈ ਤਿਵੇਂ ਹੀ ਇਸ ਦੇ ਵਿਹਾਰੀ ਵੀ ਝੂਠੇ ਹਨ। ਪਰਮੇਸ਼ਵਰ ਦਾ ਨਾਮ ਸਦਾ ਸੱਚਾ ਹੀ ਹੈ, ਉਸ ਨੂੰ ਹਿਰਦੇ ਵਿੱਚ ਵਸਾਓ, ਤੁਹਾਡੇ ਸਾਰੇ ਕਾਰਜ ਪੂਰੇ ਹੋਣਗੇ। ਫਿਰ ਰੁਕਨਦੀਨ ਨੇ ਪੁੱਛਿਆ, ਜੀ, ਸੰਤਾਂ ਦੇ ਕੀ ਲੱਛਣ ਹੁੰਦੇ ਹਨ? ਗੁਰੂ ਨੇ ਕਿਹਾ, ਪਹਿਲੀ ਗੱਲ ਇਹ ਹੈ ਕਿ ਸੰਤ ਪਰਾਏ ਗੁਣ ਨੂੰ ਸੁਣ ਕੇ ਪ੍ਰਸੰਨ ਹੁੰਦੇ ਹਨ ਅਤੇ ਗੁਣਵਾਵਾਂ ਦੀ ਸੇਵਾ ਕਰਦੇ ਹਨ। ਪਰਾਈ ਇਸਤਰੀ ਨੂੰ ਬੁਰੀ ਨਜ਼ਰ ਨਾਲ ਨਹੀਂ ਵੇਖਦੇ, ਬੁਰੇ ਪੁਰਸ਼ਾਂ ਦੀ ਸੰਗਤ ਨਹੀਂ ਕਰਦੇ, ਬੈਰੀ ਮਿੱਤਰ ਨੂੰ ਇੱਕ ਬਰਾਬਰ ਜਾਣਦੇ ਹਨ, ਸੋਗ ਹਰਖ ਤੇ ਆਦਰ ਨਿਦਾਦਰ ਨੂੰ ਸਮਾਨ ਜਾਣਦੇ ਹਨ, ਪਰਮੇਸ਼ਵਰ ਦੇ ਸਿਮਰਨ ਵਿੱਚ ਲੀਨ ਰਹਿੰਦੇ ਹਨ। ਗੁਰੂ ਜੀ ਨੇ ਕਿਹਾ, ਪੁਰਸ਼ ਨੂੰ ਪਰਮੇਸ਼ਵਰ ਦਾ ਨਾਮ ਜਪਣਾ ਅਤੇ ਭੈ ਰੱਖਣਾ, ਸੰਤਾਂ ਦੀ ਸੰਗਤ ਕਰਨੀ, ਮਨ ਵਿੱਚੋਂ ਵਿਕਾਰਾਂ ਦੇ ਸੰਕਲਪਾਂ ਨੂੰ ਮਾਰਨਾ ਹੀ ਇੱਕੋ ਇੱਕ ਆਪਣੇ ਉਧਾਰ ਦਾ ਸਾਧਨ ਹੈ। ਇਸ ਪ੍ਰਕਾਰ ਆਪ ਜੀ ਦੇ ਬਚਨ ਸੁਣ ਕੇ ਪੀਰਾਂ ਨੇ ਆਪ ਜੀ ਨੂੰ ਨਮਸਕਾਰ ਕੀਤੀ ਅਤੇ ਕਿਹਾ ਕਿ ਆਪ ਧੰਨ ਹੋ, ਜਿਨ੍ਹਾਂ ਨੇ ਸੱਚਾ ਉਪਦੇਸ਼ ਦੇ ਕੇ ਕਲਯੁਗੀ ਕਰੋੜਾਂ ਜੀਵਾਂ ਦਾ ਉਧਾਰ ਕੀਤਾ ਹੈ। ਮੁਲਤਾਨ ਦੀ ਯਾਤਰਾ ਕਰਕੇ ਬਾਬਾ ਜੀ ਫਿਰ ਕਰਤਾਰਪੁਰ ਆ ਗਏ। ਕਲਯੁਗ ਵਿੱਚ ਆਪ ਜੀ ਨੇ ਕਰਤਾਰ ਦਾ ਨਾਮ ਜਪਾਇਆ ਸੀ। ਆਪ ਜੀ ਦੀ ਵਿੜਾਈ ਦਿਨੋਂ ਦਿਨ ਦੂਣ ਸਵਾਈ ਹੋਣ ਲੱਗੀ। ਕਰਤਾਰਪੁਰ ਬਿਰਾਜ ਕੇ ਗੁਰੂ ਜੀ ਆਪ ਖੇਤੀਬਾੜੀ ਦਾ ਕੰਮ ਕਰਦੇ ਅਤੇ ਅੰਨਦਾਣੇ ਦਾ ਆਪ ਜੀ ਦਾ ਸਦਾ ਲੰਗਰ ਚੱਲਦਾ ਰਹਿੰਦਾ। ਬੇਅੰਤ ਸਿੱਖ ਸੇਵਕ ਬਾਹਰੋਂ ਆਣ ਕੇ ਆਪ ਜੀ ਦੇ ਦਰਸ਼ਨ ਕਰਦੇ ਅਤੇ ਉਪਦੇਸ਼ ਲੈ ਕੇ ਆਪਣਾ ਜਨਮ ਸਫਲਾ ਕਰਦੇ। ਸ੍ਰੀ ਲਹਿਣਾ ਜੀ ਸਾਲ ਦੇ ਸਾਲ ਸਤਸੰਗ ਨਾਲ ਮਿਲ ਕੇ ਦੇਵੀ ਦੇ ਦਰਸ਼ਨ ਕਰਨ ਜਾਂਦੇ ਹੁੰਦੇ ਸਨ। ਇਸ ਵਾਰ ਜਦ ਆਪ ਜੀ ਕਰਤਾਰਪੁਰ ਪਾਸੋਂ ਲੰਘਣ ਲੱਗੇ ਤਾਂ ਗੁਰੂ ਜੀ ਦੀ ਬਹੁਤ ਮਹਿਮਾ ਸੁਣ ਕੇ ਦਰਸ਼ਨ ਕਰਨ ਵਾਸਤੇ ਆਪ ਜੀ ਦੇ ਅਸਥਾਨ ਤੇ ਆ ਗਏ। ਗੁਰੂ ਜੀ ਦੇ ਦਰਸ਼ਨ ਕਰਕੇ ਆਪ ਜੀ ਨੇ ਸੰਗ ਨੂੰ ਅੱਗੇ ਤੋਰ ਦਿੱਤਾ ਅਤੇ ਆਪ ਉੱਥੇ ਗੁਰੂ ਚਰਨਾਂ ਵਿੱਚ ਹੀ ਟਿਕ ਗਏ। ਕੁਝ ਦਿਨ ਸੇਵਾ ਅਤੇ ਦਰਸ਼ਨ ਕਰਕੇ ਮਨ ਵਿੱਚ ਵਿਚਾਰ ਆਈ ਕਿ ਘਰ ਜਾਣ ਦੀ ਆਗਿਆ ਦੇ ਦੇਣ ਤਾਂ ਮੈਂ ਇਹਨਾਂ ਨੂੰ ਅੰਤਰਜਾਮੀ ਜਾਣਾਂਗਾ। ਤਦ ਦੂਸਰੇ ਦਿਨ ਹੀ ਜਦ ਇਹ ਸੇਵਾ ਵਿੱਚ ਹਾਜ਼ਰ ਹੋਏ ਤਾਂ ਗੁਰੂ ਜੀ ਨੇ ਪੁੱਛਿਆ, ਪੁਰਖਾ, ਤੇਰਾ ਘਰ ਕਿੱਥੇ ਹੈ ਅਤੇ ਤੇਰਾ ਨਾਂ ਕੀ ਹੈ? ਸ੍ਰੀ ਲਹਿਣਾ ਜੀ ਨੇ ਦੱਸਿਆ, ਮਹਾਰਾਜ, ਮੇਰਾ ਨਗਰ ਖਡੂਰ ਹੈ ਅਤੇ ਮੇਰਾ ਨਾਮ ਲਹਿਣਾ ਹੈ। ਆਪ ਜੀ ਦੀ ਮਹਿਮਾ ਸੁਣ ਕੇ ਮੈਨੂੰ ਆਪ ਜੀ ਦੇ ਦਰਸ਼ਨ ਪ੍ਰਸੰਨ ਦੀ ਤਾਂਘ ਹੋਈ ਸੀ, ਜੋ ਆਪ ਜੀ ਨੇ ਕਿਰਪਾ ਕਰਕੇ ਪੂਰੀ ਕਰ ਦਿੱਤੀ ਹੈ।
ਲਹਿਣਾ ਜੀ ਦੇ ਇਹ ਸ਼ਰਧਾ ਭਰੇ ਬਚਨ ਅਤੇ ਭਗਤੀ ਲਾਭ ਵਾਲੇ ਚੈਨ ਚੱਕਰ ਦੂਰ ਦ੍ਰਿਸ਼ਟੀ ਨਾਲ ਦੇਖ ਕੇ ਗੁਰੂ ਜੀ ਨੇ ਕਿਹਾ, ਤੂੰ ਲੈਣਾ ਹੈ ਤੇ ਅਸਾਂ ਨੇ ਦੇਣਾ ਹੈ। ਹੁਣ ਆਪਣੇ ਘਰ ਜਾਓ ਅਤੇ ਘਰ ਤੋਂ ਹੋ ਕੇ ਫੇਰ ਆਉਣਾ। ਇਹ ਬਚਨ ਸੁਣ ਕੇ ਲਹਿਣਾ ਜੀ ਬੜੇ ਪ੍ਰਸੰਨ ਹੋਏ ਕਿ ਇਹਨਾਂ ਨੇ ਮੇਰੇ ਦਿਲ ਦੀ ਗੱਲ ਜਾਣ ਲਈ ਹੈ। ਇਸ ਤਰ੍ਹਾਂ ਆਗਿਆ ਲੈ ਕੇ ਸ੍ਰੀ ਲਹਿਣਾ ਜੀ ਖਡੂਰ ਆ ਗਏ। ਕੁਝ ਦਿਨ ਪਰਿਵਾਰ ਨੂੰ ਮਿਲ ਕੇ ਲਹਿਣਾ ਜੀ ਫਿਰ ਕਰਤਾਰਪੁਰ ਗੁਰੂ ਜੀ ਪਾਸ ਆ ਗਏ ਅਤੇ ਰਾਤ ਦਿਨ ਗੁਰੂ ਜੀ ਦੀ ਸੇਵਾ ਵਿੱਚ ਮਨੋ ਤਨੋ ਹੋ ਕੇ ਲੱਗ ਗਏ। ਗੁਰੂ ਜੀ ਨੇ ਕਈ ਵਾਰ ਆਪਣੇ ਸਾਰੇ ਪ੍ਰੇਮੀ ਸਿੱਖਾਂ ਨੂੰ ਪਰਖਣਾ ਕੀਤਾ ਅਤੇ ਗੁਰਗੱਦੀ ਦੇ ਜੋਗ ਸ੍ਰੀ ਲਹਿਣਾ ਜੀ ਨੂੰ ਗੱਦੀ ਤੇ ਬਿਠਾ ਕੇ 5 ਪੈਸੇ ਤੇ ਨਾਰੀਅਲ ਉਹਨਾਂ ਦੇ ਅੱਗੇ ਰੱਖ ਕੇ 3 ਪ੍ਰਕਰਮਾਂ ਕਰਕੇ ਪਹਿਲਾਂ ਆਪ ਮੱਥਾ ਟੇਕਿਆ ਅਤੇ ਫਿਰ ਸਾਰੀ ਸੰਗਤ ਪਾਸੋਂ ਟਿਕਾਇਆ। ਜਦ ਗੁਰੂ ਜੀ ਨੇ ਹਾੜ ਵਿੱਚ ਗੁਰਿਆਈ ਸ੍ਰੀ ਲਹਿਣਾ ਜੀ ਨੂੰ ਦੇ ਦਿੱਤੀ ਤਾਂ ਗੁਰੂ ਜੀ ਦੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਅਤੇ ਲਖਮੀ ਦਾਸ ਜੀ ਨੇ ਇਸ ਗੱਲ ਦਾ ਬੁਰਾ ਮਨਾਇਆ ਅਤੇ ਆਖਿਆ ਕਿ ਗੁਰਗੱਦੀ ਦਾ ਹੱਕ ਸਾਡਾ ਪੁੱਤਰਾਂ ਦਾ ਹੈ, ਇਹ ਇੱਕ ਸਾਡਾ ਸੇਵਾਦਾਰ ਹੈ, ਇਸ ਦਾ ਗੁਰਿਆਈ ਲੈਣ ਦਾ ਕੋਈ ਹੱਕ ਨਹੀਂ ਹੈ। ਜਦ ਗੁਰੂ ਜੀ ਨੇ ਆਗਿਆ ਮੰਨ ਕੇ ਹੋਰ ਸਾਰੇ ਸਿੱਖ ਸੇਵਕਾਂ ਨੇ ਸ੍ਰੀ ਲਹਿਣਾ ਜੀ ਨੂੰ ਮੱਥਾ ਟੇਕਿਆ ਤਾਂ ਗੁਰੂ ਜੀ ਦੇ ਦੋਹਾਂ ਪੁੱਤਰਾਂ ਨੇ ਇਹ ਆਖ ਕੇ ਮੱਥਾ ਟੇਕਿਆ ਕਿ ਅਸੀਂ ਗੁਰੂ ਪੁੱਤਰ ਹੋ ਕੇ ਇਸ ਸੇਵਕ ਨੂੰ ਮੱਥਾ ਟੇਕਦੇ ਚੰਗੇ ਨਹੀਂ ਲੱਗਦੇ। ਇਸ ਤਰ੍ਹਾਂ ਦੋਵੇਂ ਜਾਣੇ ਗੁੱਸੇ ਹੋ ਕੇ ਘਰ ਮਾਤਾ ਜੀ ਪਾਸ ਚਲੇ ਗਏ। ਸਾਹਿਬਜ਼ਾਦਿਆਂ ਵੱਲੋਂ ਇਸ ਤਰ੍ਹਾਂ ਵਿਰੋਧਤਾ ਵੇਖ ਕੇ ਗੁਰੂ ਜੀ ਨੇ ਸ੍ਰੀ ਲਹਿਣਾ ਜੀ ਨੂੰ ਕਿਹਾ, ਪੁਰਖਾ ਹੁਣ ਤੂੰ ਖਡੂਰ ਆਪਣੇ ਘਰ ਚਲੇ ਜਾ, ਇੱਥੇ ਸਾਹਿਬਜ਼ਾਦੇ ਤੇਰੇ ਨਾਲ ਈਰਖਾ ਕਰਨਗੇ। ਇਸ ਤਰ੍ਹਾਂ ਆਗਿਆ ਅਨੁਸਾਰ ਸ੍ਰੀ ਲਹਿਣਾ ਜੀ ਜੋ ਹੁਣ ਗੁਰੂ ਅੰਗਦ ਦੇਵ ਜੀ ਬਣ ਚੁੱਕੇ ਸਨ ਆਪਣੇ ਘਰ ਖਡੂਰ ਸਾਹਿਬ ਚਲੇ ਗਏ। ਪਿੱਛੋਂ ਗੁਰਗੱਦੀ ਦੀ ਸਾਰੀ ਗੱਲਬਾਤ ਭਾਈ ਬੁੱਢਾ ਜੀ ਆਦਿ ਸਿਆਣੇ ਨਿਕਟ ਵਰਤੀ ਸਿੱਖਾਂ ਨੂੰ ਸਮਝਾ ਕੇ ਗੁਰੂ ਜੀ ਨੇ ਸੱਚਖੰਡ ਜਾਣ ਦੀ ਤਿਆਰੀ ਕਰ ਲਈ। ਗੁਰੂ ਜੀ ਦੀ ਸੱਚਖੰਡ ਦੀ ਤਿਆਰੀ ਸੁਣ ਕੇ ਦੂਰ ਦੂਰ ਤੋਂ ਸਿੱਖ ਸੇਵਕ ਆਪ ਜੀ ਦੇ ਆਤਮ ਦਰਸ਼ਨ ਕਰਨ ਵਾਸਤੇ ਆ ਗਏ। ਗੁਰੂ ਜੀ ਆਪਣੀ ਧਰਮਸ਼ਾਲਾ ਵਿੱਚ ਬੈਠੇ ਸਨ ਅਤੇ ਕੀਰਤਨ ਹੋ ਰਿਹਾ ਸੀ। ਇਸ ਸਮੇਂ ਮਾਤਾ ਸੁਲੱਖਣੀ ਜੀ ਵੀ ਦੀਨ ਮਨ ਹੋ ਕੇ ਗੁਰੂ ਜੀ ਪਾਸ ਆ ਬੈਠੇ। ਤਦ ਗੁਰੂ ਜੀ ਨੇ ਆਪਣੇ ਦੋਹਾਂ ਸਾਹਿਬਜ਼ਾਦਿਆਂ ਨੂੰ ਵੀ ਸੱਦ ਭੇਜਿਆ, ਪਰ ਸਾਹਿਬਜ਼ਾਦੇ ਆਣ ਕੇ ਥੋੜਾ ਚਿਰ ਹੀ ਪਾਸ ਬੈਠ ਕੇ ਚਲੇ ਗਏ। ਅੱਸੂ ਸੁਦੀ 10ਵੀਂ ਨੂੰ ਸਰਬ ਸੰਗਤ ਦੇ ਸਾਹਮਣੇ ਗੁਰੂ ਜੀ ਚਾਦਰਾ ਤਾੜ ਕੇ ਲੰਮੇ ਪੈ ਗਏ ਅਤੇ ਸੰਗਤ ਨੂੰ ਧੀਰਜ ਦੇ ਕੇ ਆਖਿਆ ਕਿ ਤੁਸੀਂ ਸਾਰੇ ਸਤਨਾਮ ਦਾ ਜਾਪ ਕਰੋ। ਜਾਪ ਕਰ ਰਹੀ ਸੰਗਤ ਨੇ ਜਦ ਕੁਝ ਸਮੇਂ ਉਪਰੰਤ ਵੇਖਿਆ ਤਾਂ ਗੁਰੂ ਜੀ ਆਪਣਾ ਸਰੀਰ ਛੱਡ ਕੇ ਸੱਚਖੰਡ ਪਧਾਰ ਚੁੱਕੇ ਸਨ। ਉਪਰੰਤ ਆਪ ਜੀ ਦਾ ਅੰਤਿਮ ਸੰਸਕਾਰ ਕਰਨ ਵਾਸਤੇ ਹਿੰਦੂ ਕਹਿਣ ਕਿ ਸਾਡਾ ਗੁਰੂ ਹੈ, ਅਸਾਂ ਸੰਸਕਾਰ ਕਰਨਾ ਹੈ। ਮੁਸਲਮਾਨ ਕਹਿਣ ਸਾਡਾ ਪੀਰ ਹੈ, ਅਸਾਂ ਦਫਨ ਕਰਨਾ ਹੈ। ਇਸ ਤਰ੍ਹਾਂ ਜਦ ਝਗੜਾ ਕਰਦਿਆਂ ਦੋਹਾਂ ਧਿਰਾਂ ਨੇ ਚਾਦਰਾ ਚੁੱਕ ਕੇ ਵੇਖਿਆ ਤਾਂ ਆਪ ਜੀ ਦਾ ਸਰੀਰ ਲੋਪ ਸੀ, ਕੇਵਲ ਚਾਦਰਾ ਹੀ ਉੱਥੇ ਰਹਿ ਗਿਆ ਸੀ। ਇਸ ਚਾਦਰੇ ਨੂੰ ਲੈ ਕੇ ਅੱਧਾ ਹਿੰਦੂਆਂ ਨੇ ਸੰਸਕਾਰ ਕਰ ਦਿੱਤਾ ਅਤੇ ਦੂਜਾ ਅੱਧਾ ਮੁਸਲਮਾਨਾਂ ਨੇ ਕਬਰ ਵਿੱਚ ਦਫਨ ਕਰ ਦਿੱਤਾ।